ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ। ਪਚੀਸਾ ਦੇਸ਼ ਦੇ ਲੋਕ ਐਪੀਸੋਡ 2 ਦੂਜਾ ਭਾਗ। ਪਹਿਲੇ ਭਾਗ 'ਚ ਅਸੀਂ ਸੁਣਿਆ ਕਿ ਸ਼ੇਰ ਕੌਰ ਨਾਮ ਦੀ ਇੱਕ ਕੁੜੀ ਅਮਰੀਕਾ ਤੋਂ ਆਪਣੇ ਦੇਸ਼ ਪੰਜਾਬ ਨੂੰ ਬਚਾਉਣ ਲਈ, ਜਿਸ ਦਾ ਨਾਮ ਪਚੀਸਾ ਪੈ ਚੁੱਕਾ, ਇੰਡੀਆ ਪਹੁੰਚਦੀ ਹੈ ਅਤੇ ਇੱਕ ਲੰਮੇ ਸਫ਼ਰ 'ਤੇ ਆਪਣਾ ਰਸਤਾ ਤੈਅ ਕਰਦੀ ਹੋਈ ਪਚੀਸੇ ਦੀਆਂ ਬਰੂਹਾਂ 'ਤੇ ਪਹੁੰਚ ਜਾਂਦੀ ਹੈ। ਕੱਲ੍ਹ ਅਸੀਂ ਇੱਥੋਂ ਤੱਕ ਇਹ ਕਹਾਣੀ ਸੁਣੀ ਸੀ। ਹੁਣ ਅੱਗੇ ਚੱਲਦੇ ਹਾਂ। ਜਿਵੇਂ ਹੀ ਫੌਜੀਆਂ ਦਾ ਅਫਸਰ ਸ਼ੇਰ ਕੌਰ ਨੂੰ ਅਤੇ ਵਿਲੀਅਮ ਜੱਟ ਨੂੰ ਪਚੀਸੇ 'ਚ ਦਾਖਲ ਹੋਣ ਲਈ ਹਰੀ ਲਾਈਟ ਦਿਖਾਉਂਦਾ ਤਾਂ ਗੇਟ ਦੇ ਨਾਲ ਖੜ੍ਹੇ ਹੋਏ ਸਾਰੇ ਫੌਜੀ ਜਿਹੜੇ ਪਹਿਰਾ ਦੇ ਰਹੇ ਹੁੰਦੇ ਨੇ ਇੱਕਦਮ ਪਿੱਛੇ ਹੋ ਗਏ। ਵਿਲੀਅਮ ਨੇ ਹੌਲੇ ਜਿਹੇ ਗੇਟ ਲੰਘਾ ਕੇ ਗੱਡੀ ਨੂੰ ਟਿੱਬਿਆਂ ਵਿੱਚੋਂ ਦੀ ਬਣੀ ਸੜਕ 'ਤੇ ਪਾ ਲਿਆ। ਇਸ ਤੋਂ ਪਹਿਲਾਂ ਕਿ ਉਹ ਤੇਜ਼ੀ ਫੜਦੇ, ਸ਼ੇਰ ਕੌਰ ਨੇ ਉਸ ਨੂੰ ਰੋਕ ਲਿਆ। ਵਿਲੀਅਮ ਹੈਰਾਨ ਸੀ। ਸ਼ੇਰ ਕੌਰ ਨੇ ਗੱਡੀ 'ਚੋਂ ਥੱਲੇ ਉਤਰ ਕੇ ਪਹਿਲਾਂ ਚਾਰੇ ਪਾਸੇ ਨਜ਼ਰ ਘੁਮਾਈ, ਫਿਰ ਉਸਨੇ ਗੋਡਿਆਂ ਪਰਨੇ ਹੋ ਕੇ ਰੇਤ ਬਣ ਚੁੱਕੀ ਧਰਤੀ ਨੂੰ ਨਮਸਕਾਰ ਕੀਤਾ। ਉਹ ਆਪਣੀਆਂ ਅੱਖਾਂ ਬੰਦ ਕਰਕੇ ਕਾਫੀ ਦੇਰ ਤੱਕ ਸ਼ਾਂਤ-ਚਿੱਤ ਖੜ੍ਹੀ ਰਹੀ। ਫਿਰ ਉਹ ਗੱਡੀ 'ਚ ਬੈਠਣ ਲਈ ਵਾਪਸ ਮੁੜੀ ਤਾਂ ਵਿਲੀਅਮ ਤੋਂ ਰਿਹਾ ਨਾ ਗਿਆ। ਵਾਟ ਯੂ ਡੂਇੰਗ? ਇਹ ਸਾਡੇ ਵਡੇਰਿਆਂ ਦੀ ਧਰਤੀ ਹੈ। ਕਈ ਪੀੜ੍ਹੀਆਂ ਬਾਅਦ ਇਸ ਥਾਂ 'ਤੇ ਪੈਰ ਰੱਖਿਆ, ਸਿਜਦਾ ਕਰਨਾ ਤਾਂ ਬਣਦਾ ਹੈ, ਸ਼ੇਰ ਕੌਰ ਨੇ ਕਿਹਾ। ਆਈ ਡੋਂਟ ਅੰਡਰਸਟੈਂਡ ਯੂਰ ਟਾਕ, ਯੂ ਆਰ ਵੈਰੀ ਸਟਰੇਂਜ, ਵਿਲੀਅਮ ਨੇ ਕਿਹਾ। ਤੈਨੂੰ ਇਹ ਗੱਲ ਜ਼ਰੂਰ ਸਮਝਣੀ ਪਵੇਗੀ ਕਿਉਂਕਿ ਤੂੰ ਇਸ ਧਰਤੀ ਦੀ ਸੇਵਾ ਸੰਭਾਲਣੀ ਹੈ, ਸ਼ੇਰ ਕੌਰ ਨੇ ਮੋੜਵਾਂ ਜਵਾਬ ਦਿੱਤਾ। ਵਿਲੀਅਮ ਜੱਟ ਕਹਿੰਦਾ, ਆਈ ਐਮ ਜਸਟ ਅ ਡਰਾਈਵਰ, ਦਿਸ ਇਜ਼ ਐਨਫ ਫਾਰ ਮੀ। The second thing is, my grandfather gave us a word, ਇੱਕ ਓਂਕਾਰ. I used to repeat it when in trouble. ਵਿਲੀਅਮ ਜੱਟ ਨੇ ਤਕਰੀਬਨ ਆਪਣਾ ਪੱਲਾ ਜਿਹਾ ਝਾੜ ਦਿੱਤਾ। ਇੰਨੀ ਗੱਲ ਸੁਣ ਕੇ ਸ਼ੇਰ ਕੌਰ ਦੀਆਂ ਅੱਖਾਂ 'ਚ ਚਮਕ ਆ ਗਈ। ਉਸਦਾ ਚਿਹਰਾ ਹੋਰ ਵੀ ਜ਼ਿਆਦਾ ਖਿੜ ਗਿਆ। ਉਹ ਕਹਿੰਦੀ, ਇਹੋ ਸ਼ਬਦ ਇੱਕੋ ਕਾਰਨ ਹੈ ਕਿ ਰੱਬ ਨੇ ਤੈਨੂੰ ਮੇਰੇ ਨਾਲ ਮਿਲਾਇਆ। ਹੁਣ ਤੇਰਾ ਕੰਮ ਸਿਰਫ ਇਹੋ ਸ਼ਬਦ ਨੂੰ ਵਾਰ-ਵਾਰ ਮਨ 'ਚ ਰਿਪੀਟ ਕਰਨਾ। ਸ਼ੇਰ ਕੌਰ ਨੂੰ ਹੁਣ ਤਸੱਲੀ ਹੋ ਗਈ ਸੀ ਕਿ ਉਹ ਆਪਣੇ ਨਿਸ਼ਚੇ 'ਚ ਕਾਮਯਾਬ ਜ਼ਰੂਰ ਹੋਏਗੀ। ਸ਼ੁਕਰ ਹੈ ਕੋਈ ਤਾਂ ਰੱਬ ਦਾ ਨਾਮ ਲੈਣ ਵਾਲਾ ਇਸ ਧਰਤੀ 'ਤੇ ਹੈ। ਉਹ ਆਪਣੇ ਆਪ 'ਚ ਹੀ ਬੋਲ ਪਈ, ਐਕਚੁਅਲੀ ਦਿਸ ਬਿਕਮ ਅ ਹੈਬਿਟ ਨਾਓ, ਬਟ ਆਈ ਐਮ ਨਾਟ ਅ ਗੁੱਡ ਮੈਨ। ਇਹ ਕਹਿ ਕੇ ਵਿਲੀਅਮ ਨੇ ਆਪਣੀਆਂ ਅੱਖਾਂ ਸ਼ੇਰ ਕੌਰ ਦੇ ਚਿਹਰੇ ਵੱਲ ਸੁੱਟੀਆਂ। ਉਹਨੇ ਹਾਲੇ ਤੱਕ ਸ਼ੇਰ ਕੌਰ ਵੱਲ ਇਸ ਤਰ੍ਹਾਂ ਪੂਰੀ ਖੁੱਲ੍ਹੀ ਨਜ਼ਰ ਨਾਲ ਕਦੇ ਦੇਖਿਆ ਨਹੀਂ ਸੀ ਜਦੋਂ ਦਾ ਉਹ ਉਸ ਨੂੰ ਸਫ਼ਰ 'ਤੇ ਲੈ ਕੇ ਆਇਆ ਸੀ ਪਚੀਸੇ ਵੱਲ। ਸ਼ੇਰ ਕੌਰ ਕੋਈ ਡਰਾਉਣੀ ਸ਼ੈ ਨਹੀਂ ਸੀ, ਬਲਕਿ ਸਵਰਗ ਲੋਕ 'ਚੋਂ ਉਤਰੀ ਹੋਈ ਕੋਈ ਦੇਵ ਸ਼ਕਤੀ ਜਾਪਦੀ ਸੀ। ਉਹ ਸਿਰ ਇਸ ਤਰ੍ਹਾਂ ਕੱਜਿਆ ਹੋਇਆ ਕਿ ਕੋਈ ਵਾਲ ਨਜ਼ਰ ਨਹੀਂ ਸੀ ਆਉਂਦਾ ਉਹਦੇ ਮੂੰਹ ਨੂੰ ਛੱਡ ਕੇ ਸਰੀਰ ਦਾ ਸਾਰਾ ਹਿੱਸਾ ਕੱਜਿਆ ਹੋਇਆ ਸੀ। ਬਸ ਇੱਕ ਗਾਤਰੇ ਵਾਲੀ ਕਿਰਪਾਨ ਅਤੇ ਇੱਕ ਪਿੱਠੂ ਬੈਗ ਉਹਦਾ ਸਮਾਨ ਸੀ। ਗਲ 'ਚ ਇੱਕ ਯੰਤਰ ਸੀ ਜਿਹੜਾ ਕਿਸੇ ਰਿਮੋਟ ਕੰਟਰੋਲ ਵਾਂਗ ਲੱਗਦਾ ਸੀ। ਰਿਮੋਟ ਕਾਹਦੇ ਲਈ ਹੈ ਇਹ ਵਿਲੀਅਮ ਨੂੰ ਨਹੀਂ ਸੀ ਪਤਾ, ਪਰ ਜਿਸ ਢੰਗ ਨਾਲ ਇਹ ਗਲ 'ਚ ਪਾਇਆ ਹੋਇਆ ਸੀ ਉਸ ਤੋਂ ਇਹ ਤਾਂ ਤਕਰੀਬਨ ਸਾਫ਼ ਸੀ ਕਿ ਬਹੁਤ ਹੀ ਖਾਸ ਚੀਜ਼ ਹੈ ਕੋਈ। ਸ਼ੇਰ ਕੌਰ ਦਾ ਲਾਲ ਸੂਹਾ ਰੰਗ ਉਹਦੀਆਂ ਅੱਖਾਂ ਦੀ ਚਮਕ ਤੋਂ ਇੰਝ ਜਾਪਦਾ ਸੀ ਕਿ ਉਸਨੇ ਆਪਣੇ ਆਪ ਨੂੰ ਜ਼ਬਤ 'ਚ ਕਰਨ ਲਈ ਕਿੰਨੀ ਮਿਹਨਤ ਕੀਤੀ ਹੋਏਗੀ। ਉਹਦੀ ਪ੍ਰਭਾਵਸ਼ਾਲੀ ਦਿੱਖ ਤੋਂ ਹੀ ਵਿਲੀਅਮ ਇੱਕ ਤਰ੍ਹਾਂ ਵੈਰਾਗਿਆ ਜਾ ਗਿਆ। ਜਿਵੇਂ ਹੀ ਉਸਨੇ ਸ਼ੇਰ ਕੌਰ ਦੇ ਚਿਹਰੇ 'ਤੇ ਨਜ਼ਰ ਮਾਰੀ ਤਾਂ ਉਹ ਅਵਾਕ ਰਹਿ ਗਿਆ। ਚਿਰਾਂ ਤੋਂ ਸੁੱਕੀਆਂ ਹੋਈਆਂ ਅੱਖਾਂ ਪਰਲ ਵਗ ਰਹੀਆਂ ਸਨ। ਉਹਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਉਹ ਧਾਹਾਂ ਮਾਰ ਕੇ ਰੋਣ ਲੱਗਾ। ਜਿਵੇਂ ਹੀ ਉਸਦੀਆਂ ਅੱਖਾਂ ਸ਼ੇਰ ਕੌਰ ਦੀਆਂ ਅੱਖਾਂ ਦੇ ਨਾਲ ਮਿਲੀਆਂ ਸਨ, ਮੰਨੋ ਕਿ ਉਸਦੇ ਉੱਤੇ ਇੱਕ ਅਜਿਹਾ ਅਸਰ ਪਿਆ ਜਿਵੇਂ ਕੋਈ ਰੂਹਾਂ ਆਪਸ ਦੇ ਵਿੱਚ ਟਕਰਾਉਂਦੀਆਂ ਹੁੰਦੀਆਂ ਨੇ। ਉਹ ਰੋਣ ਲੱਗ ਪਿਆ ਉੱਚੀ ਕਹਿੰਦਾ, ਪਲੀਜ਼ ਫੋਰਗਿਵ ਮੀ, ਆਈ ਐਮ ਸੌਰੀ, ਆਈ ਰਿਪੋਰਟਡ ਟੂ ਦ ਬੌਸ ਅਬਾਊਟ ਯੂ, ਆਈ ਐਮ ਨਾਟ ਅ ਗੁੱਡ ਮੈਨ। ਕੋਈ ਗੱਲ ਨਹੀਂ, ਘਬਰਾ ਨਾ, ਇਹ ਬਹੁਤ ਜ਼ਰੂਰੀ ਸੀ। ਸ਼ੇਰ ਕੌਰ ਚੌਕਸ ਜ਼ਰੂਰ ਹੋ ਗਈ, ਪਰ ਉਸ ਨੂੰ ਚਿੰਤਾ ਬਿਲਕੁਲ ਨਹੀਂ ਸੀ ਹੈਗੀ। ਅੱਛਾ ਇਹ ਦੱਸ, ਤੈਨੂੰ ਮੁਖਬਰੀ ਬਦਲੇ ਮਿਲਦਾ ਕੀ ਹੈ? ਸ਼ੇਰ ਕੌਰ ਨੇ ਸਵਾਲ ਕੀਤਾ। ਵਿਲੀਅਮ ਜੱਟ ਕੋਲ ਇਸ ਸਵਾਲ ਦਾ ਜਵਾਬ ਤਾਂ ਸੀ। ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ। They kept my all family in big temple at Amritsar.
ਆਲ ਲੇਡੀਜ਼ ਆਰ ਦੇਅਰ ਇਨ ਦ ਜੇਲ। ਇਹ ਕਹਿ ਕੇ ਵਿਲੀਅਮ ਧਾਹਾਂ ਮਾਰ ਕੇ ਫੇਰ ਰੋ ਪਿਆ। ਉਹਦੇ ਪਰਿਵਾਰ ਦੇ ਕਈ ਜੀਆਂ ਨੂੰ ਅੰਮ੍ਰਿਤਸਰ ਦੇ ਵੱਡੇ ਮੰਦਰ 'ਚ ਕੈਦ ਕੀਤਾ ਹੋਇਆ ਸੀ। ਉਹਨਾਂ ਦੀਆਂ ਔਰਤਾਂ ਨੂੰ ਉੱਥੋਂ ਦੇ ਪੁਜਾਰੀ ਆਪਣੀ ਜਿਨਸੀ ਭੁੱਖ ਲਈ ਵਰਤਦੇ ਸਨ। ਵਿਲੀਅਮ ਉਹਨਾਂ 'ਚ ਸਾਰਿਆਂ ਤੋਂ ਤਕੜਾ ਹੋਣ ਕਾਰਨ ਉਸ ਨੂੰ ਦੂਜੀਆਂ ਸਟੇਟਾਂ ਤੋਂ ਹੋਰ ਔਰਤਾਂ ਲਿਆਉਣ ਲਈ ਵਰਤਿਆ ਜਾਂਦਾ ਸੀ। ਇਸ ਲਈ ਹੱਦ 'ਤੇ ਜਿਹੜੇ ਤਾਇਨਾਤ ਸੀ ਫੌਜੀ ਜਿਹਨੇ ਤਾਇਨਾਤ ਕੀਤੇ ਹੋਏ ਸਨ ਅਤੇ ਅਫਸਰ, ਉਹਨਾਂ ਦੇ ਨਾਲ ਉਹਨੇ ਮਿਲੀ ਭੁਗਤ ਬਣਾਈ ਹੋਈ ਸੀ ਅਤੇ ਦੂਜੀਆਂ ਸਟੇਟਾਂ ਨੂੰ ਇੱਕ ਔਰਤ ਲੰਘਾਉਣ ਬਦਲੇ 20 ਜੱਟ ਮਜ਼ਦੂਰ ਮੁਫਤ 'ਚ ਕੰਮ ਕਰਨ ਲਈ ਦਿੱਤੇ ਜਾਂਦੇ ਸਨ ਅਤੇ ਨਾਲ ਹੀ ਨਸ਼ੇ ਦਾ ਪਾਊਡਰ ਪਚੀਸੇ ਲਈ ਵਾਧੂ ਮਾਤਰਾ 'ਚ ਮਿਲਦਾ ਸੀ। ਵਿਲੀਅਮ ਨੇ ਸ਼ੇਰ ਕੌਰ ਨੂੰ ਦੇਖ ਕੇ ਪਹਿਲਾਂ ਤਾਂ ਇਹੋ ਸੋਚਿਆ ਸੀ ਕਿ ਸੰਤ ਨੰਦ ਪ੍ਰਕਾਸ਼ ਉਸ ਦੇ ਸਾਰਿਆਂ ਜੀਆਂ ਨੂੰ ਛੱਡ ਦੇਵੇਗਾ, ਪਰ ਉਹਦੇ ਚਿਹਰੇ ਨੂੰ ਦੇਖ ਕੇ ਉਹਦਾ ਦਿਮਾਗ ਅਜਿਹਾ ਗੇੜਾ ਖਾ ਗਿਆ ਅਤੇ ਉਹ ਆਪਣੀ ਸੁੱਧ ਬੁੱਧ 'ਚ ਨਾ ਰਿਹਾ। ਉਸ ਨੂੰ ਸਾਰਾ ਕੁਝ ਕਲਪਤ ਜਿਹਾ ਇੱਕ ਨਜ਼ਾਰਾ ਜਿਹਾ ਲੱਗਣ ਲੱਗ ਪਿਆ ਅਤੇ ਉਹ ਆਪਣੇ ਆਪ ਨੂੰ ਹਲਕਾ ਫੁੱਲ ਵਾਂਗ ਮਹਿਸੂਸ ਕਰਨ ਲੱਗ ਪਿਆ। ਹੁਣ ਉਹ ਸ਼ੇਰ ਕੌਰ ਨੂੰ ਨੰਦ ਪ੍ਰਕਾਸ਼ ਦੇ ਚੁੰਗਲ 'ਚ ਫਸਣ ਤੋਂ ਬਚਾਉਣ ਦੀਆਂ ਤਰਕੀਬਾਂ ਘੜਨ ਲੱਗ ਪਿਆ ਸੀ, ਕਿਉਂਕਿ ਪਹਿਲਾਂ ਉਸ ਨੂੰ ਇਹ ਲਾਲਚ ਸੀ ਕਿ ਸ਼ੇਰ ਕੌਰ ਨੂੰ ਉਹ ਸਿੱਧਾ ਨੰਦ ਪ੍ਰਕਾਸ਼ ਕੋਲ ਛੱਡ ਦੇਵੇਗਾ ਅਤੇ ਉਹਦੇ ਬਦਲੇ ਨੰਦ ਪ੍ਰਕਾਸ਼ ਵਿਲੀਅਮ ਜੱਟ ਦਾ ਜਿਹੜਾ ਪਰਿਵਾਰ ਬੰਦੀ ਬਣਾਇਆ ਹੋਇਆ, ਉਹਦੀਆਂ ਪਰਿਵਾਰਕ ਔਰਤਾਂ ਨੇ ਉਹਨਾਂ ਨੂੰ ਛੱਡ ਦੇਵੇਗਾ। ਪਰ ਹੁਣ ਵਿਲੀਅਮ ਜੱਟ ਦੀ ਜਿਹੜੀ ਸੋਚ ਸੀ ਉਹ ਸ਼ੇਰ ਕੌਰ ਵੱਲ ਦੇਖ ਕੇ ਬਿਲਕੁਲ ਬਦਲ ਗਈ ਸੀ। ਵਿਲੀਅਮ, ਮੈਨੂੰ ਨਹੀਂ ਪਤਾ ਤੂੰ ਇਹ ਸਾਰਾ ਕੁਝ ਕਿਉਂ ਕਰ ਰਿਹਾ। ਮੈਂ ਇੱਕ ਮਿਸ਼ਨ 'ਤੇ ਆਈ ਹਾਂ ਪਚੀਸੇ ਦੀ ਇਸ ਧਰਤੀ ਨੂੰ ਸਵਰਗ ਬਣਾਉਣ ਲਈ। ਇਸ ਕੰਮ 'ਚ ਮੇਰਾ ਸਾਥ ਦੇਵੇਂਗਾ ਨਾ ਤੂੰ? ਪਰ ਇਹ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਸ਼ੇਰ ਕੌਰ ਨੇ ਗੱਲ ਸ਼ੁਰੂ ਕਰ ਦਿੱਤੀ ਸੀ ਅਤੇ ਵਿਲੀਅਮ ਹੱਥ ਜੋੜ ਕੇ ਖੜ੍ਹਾ ਸੀ ਉਹਦੇ ਅੱਗੇ। ਸ਼ੇਰ ਕੌਰ ਕਿਸੇ ਅਲੌਕਿਕ ਤਾਕਤ ਦਾ ਅਹਿਸਾਸ ਹੋਣ ਵਾਂਗ ਆਪਣੇ ਆਲੇ ਦੁਆਲੇ ਦੀ ਟੋਹ ਲੈ ਰਹੀ ਸੀ। ਉਹ ਇਨਕਲਾਬ 'ਚੋਂ ਪੈਦਾ ਹੋਈ ਕੌਮ ਦੀ ਮੁੜ ਸੁਰਜੀਤੀ ਦੀ ਆਸ ਬਣ ਕੇ ਪਚੀਸੇ ਦੀ ਇਸ ਧਰਤੀ 'ਤੇ ਆਈ ਸੀ। ਪਚੀਸੇ ਦੇ ਹੁਕਮਰਾਨਾਂ ਨੂੰ ਪਚੀਸੇ ਅੰਦਰ ਸ਼ੇਰ ਕੌਰ ਦੇ ਦਾਖਲੇ ਦਾ ਹੁਣ ਤੱਕ ਪਤਾ ਲੱਗ ਚੁੱਕਾ ਸੀ। ਵਿਲੀਅਮ ਜੱਟ ਉਸ ਬਾਰੇ ਉਸ ਦੇ ਜਿਹੜੇ ਲੀਡਰ ਸਨ ਉਹਨਾਂ ਨੂੰ ਜਾਣਕਾਰੀ ਮੁਹੱਈਆ ਕਰ ਚੁੱਕਾ ਸੀ, ਕਿਉਂਕਿ ਪਚੀਸੇ ਦੀ ਧਰਤੀ 'ਤੇ ਕਦਮ ਰੱਖਣ ਵਾਲਾ ਕੋਈ ਬੰਦਾ ਆਪਣੀ ਖੈਰੀਅਤ ਦਾ ਖੁਦ ਜ਼ਿੰਮੇਵਾਰ ਸੀ। ਇਸ ਲਈ ਉਹ ਵਾਪਸ ਜਿਉਂਦਿਆਂ ਮੁੜੇਗਾ ਜਾਂ ਨਹੀਂ, ਇਹ ਪਚੀਸੀਆਂ 'ਤੇ ਨਿਰਭਰ ਕਰਦਾ ਸੀ। ਹਾਂ, ਸੋਨਾ, ਨਸ਼ਾ ਜਾਂ ਔਰਤ ਦੇ ਰੂਪ 'ਚ ਤੋਹਫਾ ਦੇਣ ਵਾਲਾ ਪਚੀਸਾ ਸਰਕਾਰ ਦਾ ਖਾਸ ਮਹਿਮਾਨ ਹੁੰਦਾ। ਉਹਦੀ ਰੱਜ ਕੇ ਸੇਵਾ ਕੀਤੀ ਜਾਂਦੀ। ਪਚੀਸੀ ਪੁਲਿਸ ਉਸ ਦੇ ਪੈਰ ਚੱਟਣ ਤੱਕ ਉਸ ਦੀ ਖੁਸ਼ਾਮਦ ਕਰਨ ਤੱਕ ਜਾਂਦੀ। ਪਰ ਜੇ ਬੰਦਾ ਹੁਕਮਰਾਨਾਂ ਦੇ ਹਿਸਾਬ ਸਿਰ ਨਾ ਬੈਠਦਾ ਤਾਂ ਬਲਾਤਕਾਰ, ਨਸ਼ੇ ਦੀ ਤਸਕਰੀ ਦਾ ਕੇਸ ਪਾ ਕੇ ਜਾਂ ਬਗਾਵਤ ਦਾ ਕੇਸ ਪਾ ਕੇ, ਦੇਸ਼ ਵਿਰੋਧੀ ਧਾਰਾ ਲਗਾ ਕੇ ਉਸ ਨੂੰ ਜੇਲ੍ਹ ਦੇ ਅੰਦਰ ਸੁੱਟ ਦਿੱਤਾ ਜਾਂਦਾ। ਜੇ ਉਹ ਬੰਦਾ ਕਿਸੇ ਖਾਸ ਵਰਗ ਨਾਲ ਜਾਂ ਕਿਸੇ ਵਿਰੋਧੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਤਾਂ ਉਸ ਨੂੰ ਕਿਸੇ ਸੜਕ ਹਾਦਸੇ ਵਿੱਚ ਮਰਿਆ ਦਿਖਾ ਦਿੱਤਾ ਜਾਂਦਾ। ਪਚੀਸੀ ਸਰਕਾਰ ਦੇ ਆਗੂਆਂ ਨੇ ਕਈ ਵਾਰ ਇੰਜ ਕੀਤਾ ਸੀ। ਜੇ ਕੋਈ ਬਦਨਾਮ ਹੋਇਆ ਬੰਦਾ ਸ਼ੇਰ ਨੂੰ ਸਵਾ ਸ਼ੇਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਸੰਤ ਅਮਲੀ ਦਫ਼ਤਰ SAD ਇਸ ਪਾਰਟੀ 'ਚ ਸ਼ਾਮਲ ਕਰ ਲਿਆ ਜਾਂਦਾ। ਜੇ ਫਿਰ ਵੀ ਕੋਈ ਫਾਇਦਾ ਨਾ ਹੁੰਦਾ ਸੰਤ ਅਮਲੀ ਦਫ਼ਤਰ ਪਾਰਟੀ ਨੂੰ ਤਾਂ ਉਹਦੇ ਬੰਦੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ। ਕੁਝ ਅਜਿਹੇ ਹਾਲਾਤ 'ਚ ਸ਼ੇਰ ਕੌਰ ਇੱਕ ਔਰਤ ਹੋਣ ਦੇ ਬਾਵਜੂਦ ਇਕੱਲੀ ਕਾਰੀ ਪਚੀਸੇ ਦੀ ਧਰਤੀ ਨੂੰ ਹਰਾ ਕਰਨ ਵਾਸਤੇ ਨਿਕਲੀ ਸੀ। ਪਰ ਹਾਲਾਤ ਦੇ ਉਲਟ, ਕੀ ਉਹ ਅਜਿਹਾ ਕਰਨ 'ਚ ਕਾਮਯਾਬ ਹੋਵੇਗੀ? ਆਪਣੇ ਆਪ 'ਚ ਇਹ ਇੱਕ ਬਹੁਤ ਵੱਡਾ ਸਵਾਲ ਹੈ। ਇਹੋ ਸਵਾਲ ਵਿਲੀਅਮ ਨੂੰ ਸ਼ੇਰ ਕੌਰ ਦਾ ਪਾਗਲਪਨ ਜ਼ਿਆਦਾ ਜਾਪਦਾ ਸੀ। ਪਚੀਸੀਆਂ ਦੇ ਕਰਿੰਦੇ ਵਿਲੀਅਮ ਜੱਟ ਦੇ ਮਨ 'ਚ ਬਾਸੀ ਕੜੀ ਕੀ ਉਬਾਲੇ ਖਾ ਰਹੀ ਹੈ, ਇਸ ਬਾਰੇ ਸ਼ੇਰ ਕੌਰ ਨੂੰ ਉਸ ਦੇ ਚਿਹਰੇ 'ਤੇ ਉੱਭਰ ਰਹੇ ਹਾਵਾਂ ਭਾਵਾਂ ਤੋਂ ਸਾਫ਼ ਪਤਾ ਲੱਗ ਰਿਹਾ ਸੀ। ਸ਼ੇਰ ਕੌਰ ਲਈ ਖਾਸ ਗੱਲ ਇਹੋ ਸੀ ਕਿ ਪਚੀਸੀ ਹੁਕਮਰਾਨਾਂ ਦਾ ਜਿਹੜਾ ਬੰਦਾ ਸਰਕਾਰ ਲਈ ਕੰਮ ਕਰ ਰਿਹਾ ਸੀ, ਸ਼ੇਰ ਕੌਰ ਲਈ ਉਹ ਬੰਦਾ ਸਭ ਤੋਂ ਵੱਧ ਮਦਦਗਾਰ ਸਾਬਤ ਹੋਣ ਵਾਲਾ ਸੀ। ਇਸੇ ਸੋਚ ਨੇ ਸ਼ੇਰ ਕੌਰ ਨੂੰ ਹੋਰ ਬਲ ਬਖਸ਼ਿਆ ਅਤੇ ਉਹ ਵਿਲੀਅਮ ਜੱਟ ਨੂੰ ਪੂਰੀ ਤਰ੍ਹਾਂ ਤਿਆਰ ਕਰ ਲੈਣਾ ਚਾਹੁੰਦੀ ਸੀ। ਕੀ ਲੱਗਦਾ, ਮੈਂ ਇਸ ਧਰਤੀ ਨੂੰ ਮੁੜ ਤੋਂ ਹਰਿਆ ਭਰਿਆ ਕਰਨ 'ਚ ਕਾਮਯਾਬ ਹੋ ਸਕਾਂਗੀ? ਸ਼ੇਰ ਕੌਰ ਨੇ ਵਿਲੀਅਮ ਜੱਟ ਨੂੰ ਸਵਾਲ ਕਰ ਦਿੱਤਾ। ਯੂ ਕਾਂਟ ਫਾਈਟ ਵਿਦ ਆਵਰ ਗੋਡ। ਪਚੀਸੀ ਲੋਕ ਸੰਤ ਪ੍ਰਕਾਸ਼ ਦੀ ਪੀੜ੍ਹੀ ਨੂੰ ਰੱਬ ਮੰਨਦੇ ਸਨ ਅਤੇ ਵਿਲੀਅਮ ਨੇ ਵੀ
ਇਹੋ ਹੀ ਜਵਾਬ ਦਿੱਤਾ। ਵਿਲੀਅਮ ਦੇ ਜਵਾਬ ਦਾ ਸ਼ੇਰ ਕੌਰ 'ਤੇ ਕੋਈ ਅਸਰ ਨਹੀਂ ਹੋਇਆ, ਹੋਣਾ ਵੀ ਨਹੀਂ ਸੀ। ਇਸ ਲਈ ਉਸਨੇ ਆਪਣੀ ਗੱਲ ਸਹਿਜ ਨਾਲ ਜਾਰੀ ਰੱਖੀ। ਇਸ ਰੇਤਲੀ ਧਰਤੀ 'ਤੇ ਕਦੇ ਦਰਿਆ ਵਗਦੇ ਸਨ, ਹਰੀਆਂ ਕਚੂਰ ਫਸਲਾਂ ਲਹਿਰਾਉਂਦੀਆਂ ਸਨ, ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਤੇ ਰੱਬ ਦੀਆਂ ਰਹਿਮਤਾਂ ਦੇ ਗੀਤ ਗਾਏ ਜਾਂਦੇ ਸਨ। ਵਿਲੀਅਮ ਕਹਿੰਦਾ ਕਿ ਨਾਟ ਪੋਸੀਬਲ, ਬਟ ਆਰ ਪੀਪਲ ਸਿੰਗ ਸੌਂਗਸ ਇਨ ਪ੍ਰੇਜ਼ ਆਫ ਗੁਰੂ ਨੰਦ ਪ੍ਰਕਾਸ਼ ਜੀ। ਇਹ ਗੱਲ ਵਿਲੀਅਮ ਨੇ ਕਹੀ। ਨੰਦ ਪ੍ਰਕਾਸ਼ ਜਾਂ ਹੋਰ ਕੋਈ ਵੀ ਪ੍ਰਕਾਸ਼ ਤੁਹਾਡਾ ਗੁਰੂ ਨਹੀਂ ਹੋ ਸਕਦਾ, ਸ਼ੇਰ ਕੌਰ ਕਹਿੰਦੀ। ਉਹ ਕਹਿੰਦੀ ਕਿ ਸਾਡੇ ਗੁਰੂਆਂ ਨੇ ਇਸ ਧਰਤੀ 'ਤੇ ਮਹਾਨ ਕਾਰਜ ਕੀਤੇ ਨੇ, ਜਿਨ੍ਹਾਂ ਨੂੰ ਸੰਗਰਸ ਤੇ ਅਮਲੀ ਦਫ਼ਤਰ ਵਾਲਿਆਂ ਨੇ ਭੁਲਾ ਦਿੱਤਾ ਹੈ। ਉਹ ਨਸ਼ੇ ਤੇ ਧਨ ਨੂੰ ਆਪਣਾ ਸਾਰਾ ਕੁਝ ਮੰਨ ਬੈਠੇ ਨੇ। 2 ਸਦੀਆਂ ਤੋਂ ਪਚੀਸੇ ਦੇ ਲੋਕ ਆਪਣੇ ਅਸਲ ਨੂੰ ਭੁੱਲ ਚੁੱਕੇ ਨੇ। ਤੁਸੀਂ 10 ਗੁਰੂਆਂ ਦੀ ਬਾਣੀ ਨੂੰ ਵੀ ਭੁਲਾ ਦਿੱਤਾ, ਸ਼ੇਰ ਕੌਰ ਕਹਿੰਦੀ ਹੈ। There are 25 Prakash Gurus. Nand Prakash is our Guru. He is very powerful and CM. ਵਿਲੀਅਮ ਜੱਟ ਨੇ 25 ਲੋਕਾਂ ਦੀ ਵਿਚਾਰਧਾਰਾ ਨੂੰ ਉਘਾੜ ਕੇ ਰੱਖ ਦਿੱਤਾ। ਸ਼ੇਰ ਕੌਰ ਨੇ ਇਹ ਗੱਲ ਸੁਣੀ ਤੇ ਵਿਲੀਅਮ ਨੂੰ ਇੱਕ ਹੋਰ ਸਵਾਲ ਕੀਤਾ। ਕਹਿੰਦੀ ਹੈ, ਤੁਹਾਨੂੰ ਲੋਕਾਂ ਨੂੰ ਇਹ ਕਿਸ ਨੇ ਕਿਹਾ ਕਿ ਸੰਤ ਪ੍ਰਕਾਸ਼ ਹੀ ਤੁਹਾਡਾ ਗੁਰੂ ਹੈ? ਸਵਾਲ ਉਹਦਾ ਵਾਜਬ ਸੀ। ਉਹ ਕਹਿੰਦਾ ਕਿ ਬਿਗ ਟੈਂਪਲ ਕਮੇਟੀ ਪ੍ਰੈਜ਼ੀਡੈਂਟ ਟੋਲਡ ਅਸ ਐਂਡ ਟੈਂਪਲ ਹੈਡ ਪੁਜਾਰੀ ਆਰਡਰ ਟੂ ਓਬੇ ਦਿਸ ਵਰਡਿਕਟ ਐਂਡ ਯੂ ਨੋ ਦਿਸ ਇਜ਼ ਗॉड्स ਆਰਡਰ। ਇਹ ਕਹਿੰਦਾ ਰੱਬੀ ਹੁਕਮ ਹੈ, ਉਹ ਟੈਂਪਲ ਦੇ ਪੁਜਾਰੀਆਂ ਨੇ ਸੁਣਾਇਆ। ਸ਼ੇਰ ਕੌਰ ਨੇ ਇੱਕ ਠੰਡਾ ਤੇ ਲੰਮਾ ਸਾਹ ਲਿਆ। ਹਾਲਾਂਕਿ ਜਿੱਥੇ ਉਹ ਖੜ੍ਹੇ ਸਨ ਦੋਵੇਂ, ਉੱਥੋਂ ਦਾ ਵਾਤਾਵਰਨ ਇਹੋ ਜਿਹਾ ਹੈ ਨਹੀਂ ਸੀ ਕਿ ਲੰਮਾ ਸਾਹ ਲਿਆ ਜਾਂਦਾ। ਹਵਾ 'ਚ ਅਜੀਬ ਕਿਸਮ ਦੀ ਗੰਧ ਫੈਲੀ ਹੋਈ ਸੀ ਜਿਹੜੀ ਸ਼ੇਰ ਕੌਰ ਨੂੰ ਬੇਚੈਨ ਕਰ ਰਹੀ ਸੀ। ਪਰ 25 ਲੋਕ ਤਾਂ ਇਹੋ ਜਿਹੀ ਗੰਦੀ ਹਵਾ ਦੇ ਆਦੀ ਹੋ ਚੁੱਕੇ ਸਨ। ਗੱਲਾਂ ਕਰਦਿਆਂ ਥੋੜ੍ਹਾ ਹਨੇਰਾ ਵੀ ਹੋ ਚੁੱਕਾ ਸੀ। ਸ਼ੇਰ ਕੌਰ ਨੇ ਦੂਰ ਤੱਕ ਆਪਣੀ ਨਜ਼ਰ ਦੌੜਾਈ ਤਾਂ ਕਿਤੇ ਕਿਤੇ ਬਲਦੀਆਂ ਲਾਟਾਂ ਦਿਖਾਈ ਦੇ ਰਹੀਆਂ ਸਨ। ਇੱਕ ਪਲ ਲਈ ਸੋਚਣ ਦੇ ਬਾਅਦ ਉਹ ਵਿਲੀਅਮ ਵੱਲ ਵਧੀ। ਉਹ ਪੁੱਛਦੀ ਹੈ ਉਹਨੂੰ, ਤੂੰ ਆਪਣੀ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਕੀਤਾ? ਵਿਲੀਅਮ ਕਹਿੰਦਾ ਨੋ। ਨਸ਼ੇ ਦੀ ਧਰਤੀ 'ਤੇ ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਤੂੰ ਕੋਈ ਨਸ਼ਾ ਨਹੀਂ ਕੀਤਾ। ਇਹ ਹੋ ਕਿਵੇਂ ਸਕਦਾ? ਸ਼ੇਰ ਕੌਰ ਨੇ ਫੇਰ ਸਵਾਲ ਕੀਤਾ। ਉਹ ਕਹਿੰਦਾ ਨੋ, ਨੈਵਰ। ਦੇ ਡੋਂਟ ਅਲਾਓ ਮੀ ਟੂ ਡੂ ਦਾ ਥਿੰਗਸ ਲਾਈਕ ਦਿਸ। ਉਹ ਕਹਿੰਦੀ ਕਿਉਂ? ਬੜੀ ਹੈਰਾਨ ਹੋਈ ਉਹ ਕਹਿੰਦਾ ਆਈ ਐਮ ਦੇਅਰ ਗੁੱਡ ਮੈਨ ਟੂ ਡੂ ਸਮ ਬਿਗ ਵਰਕ, ਸੋ ਦੈਟਸ ਵਾਈ ਦੇ ਕੀਪ ਕਲੋਜ਼ ਆਈ ਔਨ ਮੀ, ਬਟ ਆਈ ਹੇਟ ਡਰੱਗਸ। ਵੈਨ ਦੇ ਟੁੱਕ ਡਰੱਗਸ ਦੇ ਬਿਕਮ ਐਨੀਮਲਸ। ਇਹ ਕਹਿੰਦਿਆਂ ਹੋਇਆ ਵਿਲੀਅਮ ਦੇ ਚਿਹਰੇ 'ਤੇ ਤਣਾਅ ਉੱਭਰ ਆਇਆ ਤੇ ਉਸਨੇ ਆਪਣੇ ਸਿਰ 'ਤੇ ਲਾਇਆ ਹੋਇਆ ਜਿਹੜਾ ਹੈੱਡਫੋਨ ਸੀ ਉਹ ਲਾ ਕੇ ਪਰਾਂ ਵਗਾ ਕੇ ਮਾਰ ਦਿੱਤਾ। ਉਹ ਕਹਿੰਦੀ ਇਹ ਕਿਉਂ ਸੁੱਟਿਆ? ਵਿਲੀਅਮ ਦੀ ਇਸ ਹਰਕਤ 'ਤੇ ਸ਼ੇਰ ਕੌਰ ਹੈਰਾਨ ਵੀ ਹੋਈ। ਉਹ ਕਹਿੰਦਾ ਬਲੱਡੀ ਬਾਸਟਰਡ, ਕਿਲਰ, ਰੇਪਿਸਟ, ਦੇ ਆਰ ਲਿਸਨਿੰਗ ਔਰ ਟਾਕ। ਆਈ ਆਲਰੇਡੀ ਟੋਲਡ ਯੂ ਆਈ ਐਮ ਐਨ ਇਨਫਾਰਮਰ, ਦੈਟਸ ਇਟ, ਓਕੇ। ਹੁਣ ਉਹ ਪੂਰੀ ਤਰ੍ਹਾਂ ਪਰੇਸ਼ਾਨ ਹੋ ਚੁੱਕਾ ਸੀ ਤੇ ਸ਼ੇਰ ਕੌਰ ਵੀ ਉਸ ਦੀ ਇਸ ਪਰੇਸ਼ਾਨੀ 'ਚ ਸ਼ਾਮਲ ਸੀ। ਉਸ ਦੇ ਹੋਰ ਨੇੜੇ ਜਾਂਦੀ ਹੈ, ਹੁਣ ਪੁੱਛਦੀ ਹੈ ਕਿੰਨੀ ਉਮਰ ਹੋ ਚੁੱਕੀ ਹੈ ਤੇਰੀ? ਉਹ ਕਹਿੰਦਾ 25। ਦੇਖਣ ਤੋਂ ਤਾਂ ਉਹ 40-45 ਸਾਲਾਂ ਦਾ ਜਾਪਦਾ ਸੀ ਤੇ ਉਹਨੇ ਸਹਿਜ 'ਚ ਕਿਹਾ 25। ਉਹ ਕਹਿੰਦੀ ਵਿਆਹ? ਸ਼ੇਰ ਕੌਰ ਦਾ ਇਹ ਸਵਾਲ ਆਸ ਦੇ ਬਿਲਕੁਲ ਉਲਟ ਸੀ। ਉਹ ਕਹਿੰਦਾ ਯੈਸ, ਆਈ ਐਮ ਮੈਰਿਡ। ਆਈ ਬ੍ਰਿੰਗ ਮਾਈ ਵਾਈਫ ਫਰਮ ਗੁਜਰਾਤ। ਆਈ ਪੇਡ 50 ਲੱਖ ਰੁਪੀਜ਼ ਫॉर ਹਰ, ਬਟ ਦੇ ਟੁੱਕ ਹਰ ਵੈਰੀ ਸੇਮ ਡੇ। ਵਿਲੀਅਮ ਦੀਆਂ ਅੱਖਾਂ 'ਚ ਨਫ਼ਰਤ ਤੇ ਗੁੱਸਾ ਸਾਫ਼ ਤੌਰ 'ਤੇ ਪ੍ਰਗਟ ਹੋ ਗਿਆ ਸੀ। ਸ਼ੇਰ ਕੌਰ ਉਸ ਦੀਆਂ ਅੱਖਾਂ 'ਚ ਕੁਝ ਪਲ ਲਈ ਦੇਖਦੀ ਹੈ ਤੇ ਫਿਰ ਆਪਣੇ ਹੱਥਾਂ 'ਚੋਂ ਦਸਤਾਨੇ ਉਤਾਰ ਕੇ ਉਹਦੇ ਵੱਲ ਹੱਥ ਵਧਾਉਂਦੀ ਹੈ। ਵਿਲੀਅਮ ਹਾਲੇ ਵੀ ਗੁੱਸੇ ਤੇ ਨਫ਼ਰਤ ਦੇ ਮਿਲੇ ਜੁਲੇ ਭਾਵਾਂ 'ਚ ਗੋਤੇ ਖਾ ਰਿਹਾ। ਉਹ ਸ਼ੇਰ ਕੌਰ ਦੀ ਅਦ੍ਰਿਸ਼ ਤਾਕਤ ਤੋਂ ਭੈਭੀਤ ਵੀ ਹੈ। ਉਸ ਨੂੰ ਮਹਿਸੂਸ ਹੁੰਦਾ ਕਿ ਉਹ ਬਿਨਾਂ ਕਿਸੇ ਦਬਾਅ ਦੇ ਸਾਰਾ ਕੁਝ ਉਗਲੀ ਜਾ ਰਿਹਾ ਹੈ। ਉਹਨੇ ਤਾਂ ਇਹ ਵੀ ਦੱਸ ਦਿੱਤਾ ਕਿ ਉਹ 25 ਦਾ ਤੇ ਨੰਦ ਪ੍ਰਕਾਸ਼ ਦਾ ਇਨਫਾਰਮਰ ਹੈ। ਹਾਲਾਂਕਿ ਉਹ 25 ਦਾ ਮਰਦ ਦਲੇਰ ਬੰਦਾ ਸੀ, ਪਰ ਸ਼ੇਰ ਕੌਰ ਦੇ ਸਾਹਮਣੇ ਘਬਰਾਹਟ ਉਸ ਨੂੰ ਮਣਾ ਮੁਹੀ ਬੋਝ ਦੇ ਅੰਨੇ ਖੂਹ 'ਚ ਸੁੱਟ ਰਹੀ ਹੈ। ਉਸ ਦਾ ਹੱਥ ਝੂਠ ਤੇ ਸੱਚ, ਅਚੇਤ ਅਤੇ ਸੁਚੇਤ, ਦਿਸਦੇ ਅਤੇ ਅਣਦਿਸਦੇ, ਵਿਨਾਸ਼ ਅਤੇ ਵਿਆਪਕ ਦਰਮਿਆਨ ਅਟਕ ਕੇ ਰਹਿ ਗਿਆ। ਸਮਾਂ ਉਸ ਲਈ ਜਿਵੇਂ ਰੁਕ ਗਿਆ ਹੋਵੇ, ਪਰ ਸ਼ੇਰ ਕੌਰ ਲਈ ਸਮਾਂ ਆਪਣੀ ਚਾਲ ਹੀ ਚੱਲ ਰਿਹਾ ਸੀ। ਉਹਦੇ ਲਈ ਪਚੀਸੇ ਦੀ ਧਰਤੀ ਨੂੰ ਮੁੜ ਤੋਂ ਸਵਰਗ ਬਣਾਉਣਾ ਜ਼ਰੂਰੀ ਸੀ ਤੇ ਇਸ ਕੰਮ ਲਈ ਸਫ਼ਰ ਹਾਲੇ ਸ਼ੁਰੂ ਨਹੀਂ ਹੋਇਆ ਸੀ। ਇਸ ਲਈ ਉਸਨੇ ਬਿਨਾਂ ਹੋਰ ਦੇਰੀ ਕੀਤਿਆਂ ਵਿਲੀਅਮ ਦਾ ਹੱਥ ਫੜ ਲਿਆ। ਸ਼ੇਰ ਕੌਰ ਨੂੰ ਹੋਰ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਉਹਦੇ ਸਪਰਸ਼ ਨਾਲ ਵਿਲੀਅਮ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਸੀ ਹੋਇਆ। ਇਹ ਵਰਤਾਰਾ ਬਿਲਕੁਲ ਆਮ ਵਾਂਗ ਸੀ। ਉਹਦੇ ਅੰਦਰ ਉਤਸੁਕਤਾ ਤੇ ਦਿਲਚਸਪੀ ਠਾਠਾਂ ਮਾਰਨ ਲੱਗ ਪਈ।
ਇਹ ਕੀ ਵਿਲੀਅਮ, ਤੂੰ ਤਾਂ ਬਿਲਕੁਲ ਸੱਚਾ ਹੈ। ਤੇਰੇ ਜਿਹੇ ਲੋਕ ਪਚੀਸੇ 'ਚ ਵਸਦੇ ਨੇ? ਨਹੀਂ, ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ। ਇਹ ਬਹੁਤ ਚੰਗੀ ਗੱਲ ਹੈ। ਸ਼ੇਰ ਕੌਰ ਨੂੰ ਇੱਕ ਸੁਖਦ ਅਹਿਸਾਸ ਹੋਇਆ ਤੇ ਵਿਲੀਅਮ ਕਹਿੰਦਾ ਕਿ ਵਾਟਸ ਨਿਊ। ਉਹ ਸ਼ੇਰ ਕੌਰ ਦੀਆਂ ਗੱਲਾਂ ਤੋਂ ਹੈਰਾਨ ਸੀ। ਉਹ ਕਹਿੰਦੀ ਆ ਨਹੀਂ, ਅੱਗੇ ਚੱਲ ਕੇ ਤੈਨੂੰ ਆਪੇ ਪਤਾ ਚੱਲ ਜਾਏਗਾ। ਦੋਵੇਂ ਜਣੇ ਟੁੱਟੀ ਹੋਈ ਸੜਕ 'ਤੇ ਖੜੀ ਗੱਡੀ ਤੋਂ ਹਟ ਕੇ ਕੁਝ ਦੂਰ ਟਿੱਬਿਆਂ ਦੇ ਓਹਲੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਲੱਗਦੇ ਨੇ। ਤੈਨੂੰ ਕੀ ਲੱਗਦਾ, ਪਚੀਸੇ ਦੇ ਹੁਕਮਰਾਨ ਸਾਰਾ ਕੁਝ ਠੀਕ ਕਰ ਰਹੇ ਨੇ? ਸ਼ੇਰ ਕੌਰ ਨੇ ਵਿਲੀਅਮ ਦੇ ਮਨ ਦੀ ਗੱਲ ਜਾਣਨ ਦੀ ਕੋਸ਼ਿਸ਼ ਦੇ ਵਿੱਚ ਇਹ ਸਵਾਲ ਕੀਤਾ। ਉਹ ਕਹਿੰਦਾ, ਵਾਟ ਆਈ ਕੈਨ ਸੇ ਅਬਾਊਟ ਦੈਮ, ਆਈ ਐਮ ਅਲੋਨ। Even all the opposition parties join Sant Amli Daftar party. Amli Daftar leader wins opposition by hook and crook. Now no one is ready to say anything, not a single word against Pachisa government and Big Temple Committee and me. What can I do for you? They are very powerful. I'm alone. ਵਿਲੀਅਮ ਨੇ ਇੱਕ ਤਰ੍ਹਾਂ ਨਾਲ ਪਾਵਰਫੁਲ ਸੱਤਾ ਤੇ ਸੰਤ ਨੰਦ ਪ੍ਰਕਾਸ਼ ਦੀ ਤਾਕਤ ਦੇ ਅੱਗੇ ਆਪਣੇ ਹੱਥ ਖੜੇ ਕਰ ਦਿੱਤੇ। ਤੇ ਅੱਗੇ ਕੀ ਹੁੰਦਾ ਇਸ ਬਾਰੇ ਅਸੀਂ ਆਪਣੇ ਤੀਜੇ ਐਪੀਸੋਡ ਦੇ ਵਿੱਚ, 3rd ਐਪੀਸੋਡ 'ਚ ਕੱਲ੍ਹ ਤੁਹਾਨੂੰ ਸੁਣਾਵਾਂਗੇ। ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।